हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਦੇ ਉੱਤੇ ਸੀਟੈਟ ਪੰਜਾਬੀ ਦੀ ਇੱਕ ਪੂਰੀ ਸੀਰੀਜ਼ ਚੱਲ ਰਹੀ ਹੈ, ਜਿਸ ਦੇ ਵਿੱਚ ਹੁਣ ਤੱਕ ਅਸੀਂ ਕਾਫੀ ਟੌਪਿਕ ਕਵਰ ਕਰ ਚੁੱਕੇ ਹਾਂ। ਤੇ ਅੱਜ ਦਾ ਆਪਣਾ ਟੌਪਿਕ ਹੋਏਗਾ ਕ੍ਰਿਟੀਕਲ ਪਰਸਪੈਕਟਿਵ ਔਨ ਦਾ ਰੋਲ ਆਫ ਗ੍ਰਾਮਰ ਇਨ ਲਰਨਿੰਗ ਅ ਲੈਂਗੁਏਜ ਫਾਰ ਕਮਿਊਨੀਕੇਟਿੰਗ ਆਈਡੀਆਜ਼ ਵਰਬਲੀ ਔਰ ਇਨ ਰਿਟਨ ਫਾਰਮ। ਤਾਂ ਦੇਖੋ ਜੀ, ਇਹ ਜਿਹੜਾ ਟੌਪਿਕ ਹੈ ਇਸੇ ਤਰ੍ਹਾਂ ਇਸ ਦਾ ਨੇਮ ਤੁਹਾਡੇ ਇਸੇ ਸਿਲੇਬਸ ਦੇ ਵਿੱਚ ਸ਼ਾਮਿਲ ਹੈ। ਤਾਂ ਇਹ ਟੌਪਿਕ ਅੱਜ ਆਪਾਂ ਸਟਾਰਟ ਕਰਾਂਗੇ। ਇੰਗਲਿਸ਼ ਅਤੇ ਪੰਜਾਬੀ ਪੈਡਾਗੋਜੀ ਦੋਨਾਂ ਦੇ ਲਈ ਅੱਜ ਦਾ ਟੌਪਿਕ ਇੰਪੋਰਟੈਂਟ ਰਹੇਗਾ। ਪਰ ਇਸ ਤੋਂ ਪਹਿਲਾਂ ਦੋਸਤੋ ਦੱਸ ਦਈਏ ਤੁਹਾਨੂੰ ਕਿ ਜਿਵੇਂ ਤੁਹਾਡੇ ਵਿੱਚੋਂ ਬਹੁਤੇ ਦੋਸਤਾਂ ਨੇ ਤਾਂ ਵਿਜ਼ਿਟ ਕਰ ਵੀ ਲਿਆ ਆਪਣੀ ਸਟੱਡੀ ਫਾਈਟਰਸ ਦੀ ਐਪ ਆਪਾਂ ਨੇ ਪਲੇ ਸਟੋਰ ਦੇ ਉੱਤੇ ਲਾਂਚ ਕਰ ਦਿੱਤੀ ਹੈ, ਜਿਸ ਦੇ ਵਿੱਚ ਕਾਫੀ ਦੋਸਤ ਐਡ ਵੀ ਹੋ ਚੁੱਕੇ ਨੇ। ਜੋ ਵੀ ਦੋਸਤ ਨਵੇਂ ਐਡ ਹੁੰਦੇ ਹੋ ਤੁਸੀਂ ਪਲੀਜ਼ ਚੈਟ ਸੈਕਸ਼ਨ ਦੇ ਵਿੱਚ ਸੀਟੈਟ ਲਿਖ ਦਿਆ ਕਰੋ, ਤਾਂ ਕਿ ਤੁਹਾਨੂੰ ਇਹ ਸੀਟੈਟ ਦੇ ਗਰੁੱਪ ਵਿੱਚ ਅਸੀਂ ਸ਼ਾਮਲ ਕਰ ਲਈਏ, ਜਿਹਦੇ 'ਚ ਆਪਾਂ ਵੱਖ-ਵੱਖ ਚੀਜ਼ਾਂ ਤੁਹਾਡੇ ਲਈ ਸ਼ੇਅਰ ਕਰਦੇ ਰਹਿੰਦੇ ਹਾਂ। ਅਤੇ ਇਸ ਤੋਂ ਬਿਨਾਂ ਤੁਸੀਂ ਇਹ ਐਪ ਦੇ ਵਿੱਚ ਜਦ ਜਾਓਗੇ ਦੋਸਤੋ ਤਾਂ ਤੁਸੀਂ ਕੀ ਕਰਨਾ ਹੈਗਾ, ਐਪ ਦੇ ਸਾਈਡ ਤੋਂ ਠੀਕ ਹੈ, ਇਸ ਪਾਸੇ ਕਹਿ ਸਕਦੇ ਆਪਾਂ ਕਿ ਲੈਫਟ ਸਾਈਡ ਤੋਂ ਜਦੋਂ ਤੁਸੀਂ ਇਹ ਬਾਰ ਨੂੰ ਓਪਨ ਕਰੋਗੇ ਤਾਂ ਇੱਥੇ ਜਿਹੜਾ ਇਹ ਸਟੱਡੀ ਮਟੀਰੀਅਲ ਵਾਲਾ ਆਪਸ਼ਨ ਹੈ, ਇਸ ਆਪਸ਼ਨ ਦੇ ਵਿੱਚ ਤੁਸੀਂ ਜਾਓਗੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਸਟੱਡੀ ਮਟੀਰੀਅਲ ਆ ਜਾਏਗਾ, ਜਿਸ ਦੇ ਵਿੱਚ ਤੁਸੀਂ ਸੀਟੈਟ ਕੰਟੈਂਟਸ ਇਹ ਫੋਲਡਰ ਨੂੰ ਵਿਜ਼ਿਟ ਕਰੋ। ਇਸ ਦੇ ਵਿੱਚ ਜੋ ਵੀ ਨਵਾਂ ਟੈਸਟ ਐਡ ਕਰਾਂਗੇ ਉਹ ਇੱਥੇ ਤੁਹਾਨੂੰ ਦਿਸੇਗਾ, ਠੀਕ ਹੈ ਜੀ। ਅਤੇ ਨਾਲ ਦੀ ਨਾਲ ਇੱਥੇ ਤੁਹਾਨੂੰ ਕੁਝ ਹੋਰ ਮਟੀਰੀਅਲ ਵੀ ਮਿਲੇਗਾ। ਇਹ ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਦੱਸ ਦਿਆ ਕਰੋ ਵੀ ਅਸੀਂ ਸੀਟੈਟ ਦੇ ਕੈਂਡੀਡੇਟ ਹਾਂ, ਤਾਂ ਤੁਹਾਨੂੰ ਇਹ ਗਰੁੱਪ ਦੇ ਵਿੱਚ ਆਪਾਂ ਉੱਥੇ ਜੁਆਇਨ ਕਰਾ ਲਵਾਂਗੇ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ। ਦੇਖੋ ਜੀ, ਅੱਜ ਦਾ ਟੌਪਿਕ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਲਈ ਬੈਸਟ ਰਹੇਗਾ। ਤਾਂ ਦੇਖੋ ਜੀ, ਟੀਚਿੰਗ ਆਫ ਪੰਜਾਬੀ ਨੂੰ ਸਮਝਦੇ ਹਾਂ ਪਹਿਲਾਂ ਆਪਾਂ, ਯਾਨੀ ਕਿ ਪੰਜਾਬੀ ਦਾ ਅਧਿਆਪਨ। ਜੋ ਆਪਾਂ ਨੇ ਗੱਲ ਪੜ੍ਹੀ ਸੀ ਹੈ ਨਾ ਕਿ ਆਪਾਂ ਨੇ ਕ੍ਰਿਟੀਕਲ ਪਰਸਪੈਕਟਿਵ ਨੂੰ ਸਮਝਣਾ ਹੈ ਕਿ ਜਿਹੜੀ ਗ੍ਰਾਮਰ ਹੈ ਉਸ ਦਾ ਰੋਲ ਕਿਸ ਤਰ੍ਹਾਂ ਹੈ, ਠੀਕ ਹੈ। ਤਾਂ ਗ੍ਰਾਮਰ ਕਿਸ ਤਰ੍ਹਾਂ ਰੋਲ ਨਿਭਾਉਂਦੀ ਹੈ, ਤਾਂ ਇਸ ਚੀਜ਼ ਨੂੰ ਆਪਾਂ ਅੱਜ ਸਮਝਾਂਗੇ। ਪਹਿਲਾਂ ਆਪਾਂ ਪੰਜਾਬੀ ਵਿਆਕਰਨ ਦੀ ਗੱਲ ਕਰਾਂਗੇ ਜਦੋਂ ਆਪਾਂ ਟੀਚਿੰਗ ਆਫ ਪੰਜਾਬੀ ਦੀ ਗੱਲ ਕਰਦੇ ਹਾਂ, ਠੀਕ ਹੈ ਜੀ। ਤਾਂ ਜਿਹੜੀ ਭਾਸ਼ਾ ਹੈ, ਠੀਕ ਹੈ, ਹਰੇਕ ਭਾਸ਼ਾ ਦਾ ਆਪਣਾ ਇੱਕ ਵਿਆਕਰਨ ਹੁੰਦਾ ਹੈ। ਤਾਂ ਵਿਆਕਰਨ ਦੇ ਬਾਰੇ 3 ਗੱਲਾਂ ਨੇ ਜੋ ਤੁਸੀਂ ਯਾਦ ਕਰ ਲਓ ਚੰਗੀ ਤਰ੍ਹਾਂ, ਕਿ ਬਹੁਤਿਆਂ ਦਾ ਕੀ ਮੰਨਣਾ ਹੈ, ਮਤਲਬ ਕਿ ਜਦੋਂ ਵਿਆਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਹੜੇ ਵਿਆਕਰਨ ਦੇ ਵਿਦਵਾਨ ਨੇ ਉਹ 3 ਗੱਲਾਂ ਆਖਦੇ ਨੇ। ਨੰਬਰ 1 ਕਿ ਜਿਹੜੀ ਭਾਸ਼ਾ ਸਿੱਖਿਆ ਹੈ ਉਹ ਵਿਆਕਰਨ ਦੇ ਬਿਨਾਂ ਅਧੂਰੀ ਹੈ, ਯਾਨੀ ਕਿ ਆਪਾਂ ਜੋ ਲੈਂਗੁਏਜ ਲਰਨਿੰਗ ਹੈ, ਆਪਣੀ ਲੈਂਗੁਏਜ ਦੀ ਐਜੂਕੇਸ਼ਨ ਹੈ, ਉਹ ਵਿਆਕਰਨ ਤੋਂ ਬਿਨਾਂ ਅਧੂਰੀ ਹੈ, ਇਨਕੰਪਲੀਟ ਹੈ, ਠੀਕ ਹੈ ਜੀ। ਕੁਛ ਦਾ ਮੰਨਣਾ ਕੀ ਹੈ ਕਿ ਵਿਆਕਰਨ ਲਾਜ਼ਮੀ ਸਿੱਖਿਆ ਦਾ ਵਿਰੋਧ ਵੀ ਬਹੁਤਿਆਂ ਨੇ ਕੀਤਾ ਹੈ, ਕਿ ਜੋ ਵਿਆਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਉਸ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ, ਉਸ ਚੀਜ਼ ਦਾ ਵਿਰੋਧ ਵੀ ਕੀਤਾ ਹੈ। ਜਿਵੇਂ ਕਿ ਅਨਪੜ੍ਹ ਨੇ, ਉਹਨਾਂ ਨੂੰ ਵਿਆਕਰਨ ਨਹੀਂ ਆਉਂਦੀ, ਫਿਰ ਵੀ ਉਹ ਪੰਜਾਬੀ ਨੂੰ, ਇੰਗਲਿਸ਼ ਨੂੰ, ਆਪਣੀ ਮਾਤ ਭਾਸ਼ਾ ਨੂੰ ਸਮਝ ਸਕਦੇ ਨੇ, ਠੀਕ ਹੈ ਜੀ, ਨਾਲੇ ਉਹਨਾਂ ਨੂੰ ਵਿਆਕਰਨ ਨਹੀਂ ਆਉਂਦੀ। ਤਾਂ ਇਸ ਤਰ੍ਹਾਂ ਕਹਿੰਦੇ ਵੀ ਜ਼ਰੂਰੀ ਨਹੀਂ ਹੈਗਾ ਲਾਜ਼ਮੀ ਕਰਨਾ ਸਿੱਖਿਆ ਨੂੰ, ਵਿਆਕਰਨ ਦੀ ਸਿੱਖਿਆ ਨੂੰ, ਇਹ ਵੀ ਬਹੁਤਿਆਂ ਦਾ ਮੰਨਣਾ ਹੈ। ਨੰਬਰ 3 ਜ਼ਰੂਰੀ ਹੈ ਕਿ ਸ਼ੁੱਧਤਾ ਦੇ ਲਈ, ਮਤਲਬ ਕਿ ਜ਼ਰੂਰੀ ਹੈ ਵੀ ਜੇਕਰ ਆਪਣੇ ਸ਼ੁੱਧ ਰੂਪ ਵਿੱਚ ਕਿਸੇ ਭਾਸ਼ਾ ਨੂੰ ਲਿਖਣਾ ਸਿੱਖਣਾ ਹੈ ਉਸ ਦੇ ਲਈ ਵਿਆਕਰਨ ਜ਼ਰੂਰੀ ਹੈ, ਪਰ ਲਾਜ਼ਮੀ ਨਹੀਂ। ਜੋ ਚਾਹੇ ਇਸ ਨੂੰ ਪੜ੍ਹ ਸਕਦਾ ਹੈ, ਨਹੀਂ ਪੜ੍ਹਨ ਜਾਂਦਾ ਕੋਈ ਨਾ ਪੜ੍ਹੇ, ਠੀਕ ਹੈ। ਤਾਂ ਇਹ ਕੀ ਹੈ ਵੀ ਜੇਕਰ ਆਪਾਂ ਨੇ ਕਿਸੇ ਚੀਜ਼ ਨੂੰ ਵਧੀਆ ਤਰੀਕੇ ਨਾਲ ਸਿੱਖਣਾ, ਪੰਜਾਬੀ ਭਾਸ਼ਾ ਨੂੰ ਸ਼ੁੱਧ ਬੋਲਣਾ ਲਿਖਣਾ ਸਿੱਖਣਾ ਹੈ, ਤਾਂ ਆਪਾਂ ਨੂੰ ਪੰਜਾਬੀ ਦਾ ਵਿਆਕਰਨ ਆਪਣੇ ਲਈ ਜ਼ਰੂਰੀ ਹੈ, ਪਰ ਲਾਜ਼ਮੀ ਨਹੀਂ, ਕਿਸੇ ਦੇ ਉੱਤੇ ਥੋਪਣੀ ਨਹੀਂ ਹੈਗੀ। ਇਹ ਜੋ ਪੜ੍ਹਨਾ ਚਾਹੇ ਇਸ ਨੂੰ ਪੜ੍ਹ ਸਕਦਾ ਹੈ। ਤਾਂ ਹੁਣ ਆਪਾਂ ਵਿਆਕਰਨ ਬਾਰੇ ਗੱਲ ਕਰਾਂਗੇ, ਪੰਜਾਬੀ ਦਾ ਵਿਆਕਰਨ ਬਾਰੇ ਗੱਲ ਕਰਾਂਗੇ। ਪਹਿਲਾ ਵਿਆਕਰਨ ਡਾਕਟਰ ਕੈਰੀ ਦੁਆਰਾ 1812 ਵਿੱਚ ਲਾਂਚ ਕੀਤਾ ਜਾਂਦਾ ਹੈ, ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਪਹਿਲਾ ਪੰਜਾਬੀ ਦਾ ਵਿਆਕਰਨ ਯਾਨੀ ਕਿ ਗੁਰਮੁਖੀ ਵਿਆਕਰਨ ਜਿਹੜਾ ਬਿਹਾਰੀ ਲਾਲ ਨੇ, ਠੀਕ ਹੈ ਜੀ, 1869 ਈਸਵੀ ਦੇ ਵਿੱਚ ਪ੍ਰਕਾਸ਼ਿਤ ਕੀਤਾ, ਧਿਆਨ ਦੇ ਵਿੱਚ ਰੱਖੋਗੇ। ਅਤੇ ਹੁਣ ਆਪਾਂ ਵਿਆਕਰਨ ਦਾ ਅਰਥ ਸਮਝਦੇ ਹਾਂ, ਵਿਆਕਰਨ ਦਾ ਅਰਥ ਕੀ ਹੈ, ਠੀਕ ਹੈ ਜੀ। ਤਾਂ ਪਰਿਭਾਸ਼ਾ ਸਮਝੋ। ਦੇਖੋ ਜੀ, ਪਰਿਭਾਸ਼ਾ ਕੀ ਹੋਏਗੀ ਇਸ ਦੀ, ਕਿ ਇਹ ਨਿਯਮਾਂ ਦਾ ਸਮੂਹ ਹੈ, ਠੀਕ ਹੈ ਜੀ। ਪਹਿਲੀ ਗੱਲ, ਨਿਯਮ ਲਿਖ ਦਿੱਤੇ ਗਏ ਨੇ ਇੱਕ ਥਾਂ 'ਤੇ, ਉਸ ਨੂੰ ਆਪਾਂ ਵਿਆਕਰਨ ਕਹਿ ਤਾ। ਸ਼ੁੱਧ ਅਤੇ ਮਿਆਰੀ ਰੂਪ ਸਿੱਖਣ ਵਿੱਚ ਸਹਾਇਕ ਹੈ ਵਿਆਕਰਨ, ਠੀਕ ਹੈ ਜੀ। ਅਤੇ ਭਾਸ਼ਾ ਦੇ ਵਿਕਾਸ ਦੇ ਲਈ ਜੋ ਨਿਯਮ ਨੇ ਉਹ ਪੂਰੀ ਇੱਕ ਨਿਯਮਬੱਧ ਯੋਜਨਾ ਇਹ, ਠੀਕ ਹੈ ਜੀ, ਜਿਸ ਨੂੰ ਅਸੀਂ ਵਿਆਕਰਨ ਆਖ ਰਹੇ ਹਾਂ। ਤਾਂ ਇਸ ਤਰੀਕੇ ਨਾਲ ਇਹ ਇਸ ਦੀ ਪਰਿਭਾਸ਼ਾ ਹੈ। ਤੁਹਾਨੂੰ ਕਹਿ ਦਿੱਤਾ ਜਾਵੇ ਵੀ ਭਾਸ਼ਾ ਨੂੰ ਦੇ ਨਿਯਮਾਂ ਨੂੰ ਕੀ ਕਹਿੰਦੇ ਨੇ, ਵਿਆਕਰਨ। ਭਾਸ਼ਾ ਦੇ ਨਿਯਮਾਂ ਦਾ ਪੂਰਾ ਇੱਕ ਸੰਗ੍ਰਹਿ ਕੀ ਹੈ, ਵਿਆਕਰਨ, ਠੀਕ ਹੈ। ਉਹ ਵਿੱਦਿਆ ਜਿਸ ਦੇ ਵਿੱਚ ਭਾਸ਼ਾ ਦੇ ਨਿਯਮ ਸਿਖਾਏ ਜਾਂਦੇ ਨੇ। ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿੱਚ ਸਿੱਖਣ ਦੇ ਲਈ ਕੁਝ ਨਿਯਮ ਬਣਾਏ ਗਏ ਨੇ, ਜਿਨ੍ਹਾਂ ਨੂੰ ਆਪਾਂ ਵਿਆਕਰਨ ਆਖਦੇ ਹਾਂ, ਗ੍ਰਾਮਰ ਆਖਦੇ ਹਾਂ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਿ ਵਿਆਕਰਨ ਦਾ ਮਹੱਤਵ ਕੀ ਹੈ। ਤਾਂ ਦੇਖੋ ਜੀ, ਪੰਜਾਬੀ ਵਿਆਕਰਨ ਦੇ ਮਹੱਤਵ ਨੂੰ ਸਮਝਦੇ ਹਾਂ ਆਪਾਂ। ਜਿਹੜੇ ਭਾਸ਼ਾ ਦੇ ਨਿਯਮ ਨੇ ਉਹ ਸਿੱਖਣ ਲਈ ਵਿਆਕਰਨ ਜ਼ਰੂਰੀ ਹੈ।
ਰਚਨਾ ਦਾ ਗਿਆਨ ਵੀ ਸ਼ਬਦ ਕਿਵੇਂ ਜੋੜਨੇ ਨੇ, ਲਾਈਨ ਕਿਵੇਂ ਜੋੜਨੀ ਹੈ ਹੈ ਨਾ, ਕੋਈ ਪੈਰਾ ਕਿਵੇਂ ਜੋੜਨਾ ਹੈ, ਉਸ ਦੇ ਗਿਆਨ ਲਈ ਜ਼ਰੂਰੀ ਹੈ। ਸ਼ਬਦ ਜੋੜ, ਭਾਸ਼ਾਈ ਕੌਸ਼ਲਾਂ ਦਾ ਵਿਕਾਸ। ਭਾਸ਼ਾਈ ਕੌਸ਼ਲ ਆਪਾਂ ਨੇ ਕਿਹੜੇ ਕਿਹੜੇ ਪੜ੍ਹੇ ਸੀ ਦੇਖੋ, ਲਿਸਨਿੰਗ ਦੇਖੋ LSRW ਤੁਹਾਨੂੰ 4 ਯਾਦ ਕਰਾਏ ਹੋਏ ਨੇ ਆਪਾਂ ਨੇ ਹੈ ਨਾ, ਇਹ ਪੂਰਾ ਟੇਲ ਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ। ਲਿਸਨਿੰਗ ਯਾਨੀ ਕਿ ਸੁਣਨਾ, ਅਤੇ ਸਪੀਕਿੰਗ ਬੋਲਣਾ, ਰੀਡਿੰਗ ਪੜ੍ਹਨਾ, ਅਤੇ ਰਾਈਟਿੰਗ ਲਿਖਣਾ। ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ 4 ਕੌਸ਼ਲ ਨੇ, ਭਾਸ਼ਾ ਕੌਸ਼ਲ ਨੇ। ਇਹਨਾਂ ਦਾ ਜੇਕਰ ਆਪਾਂ ਨੇ ਵਿਕਾਸ ਕਰਨਾ ਹੈ ਤਾਂ ਆਪਾਂ ਨੂੰ ਵਿਆਕਰਨ ਜ਼ਰੂਰੀ ਹੈ, ਵਿਆਕਰਨ ਦਾ ਮਹੱਤਵ ਹੈ। ਠੀਕ ਹੈ ਜੀ। ਸ਼ੁੱਧਤਾ ਦੇ ਲਈ, ਮਿਆਰ ਬਣਾਈ ਰੱਖਣ ਦੇ ਲਈ, ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਸਿੱਖਣਾ ਹੈ ਤਾਂ ਉਹਦੇ ਲਈ ਵਿਆਕਰਨ ਆਉਣੀ ਚਾਹੀਦੀ ਹੈ। ਠੀਕ ਹੈ ਜੀ। ਧੁਨੀਬੋਧ, ਸ਼ਬਦਬੋਧ, ਵਾਕਬੋਧ, ਅਰਥਬੋਧ, ਇਹਨਾਂ ਦਾ ਗਿਆਨ ਕਰਵਾਉਣ ਦੇ ਲਈ ਆਪਾਂ ਨੂੰ ਵਿਆਕਰਨ ਆਉਣੀ ਚਾਹੀਦੀ ਹੈ। ਇਸ ਤਰ੍ਹਾਂ ਕੀ ਹੈ ਜੀ, ਵਿਆਕਰਨ ਦਾ ਮਹੱਤਵ ਹੈ। ਠੀਕ ਹੈ ਜੀ। ਇਹਨਾਂ ਚੀਜ਼ਾਂ ਨੂੰ ਤੁਸੀਂ ਨੋਟ ਕਰੋ ਨਾਲ ਦੀ ਨਾਲ। ਠੀਕ ਹੈ ਜੀ। ਕਿਸੇ ਤਰ੍ਹਾਂ ਦੇ ਇਹਦੇ ਨੋਟਸ ਨਹੀਂ ਤੁਹਾਨੂੰ ਕਲਾਸਾਂ ਵਾਲੇ ਪ੍ਰੋਵਾਈਡ ਕਰਵਾਉਂਦੇ, ਫਿਰ ਤੁਸੀਂ ਕੋਲ ਹੀ ਹੋ ਜਾਂਦੇ ਹੋ। ਇਹਨਾਂ ਨੂੰ ਤੁਸੀਂ ਖੁਦ ਨੋਟ ਕਰੋ, ਫਿਰ ਤੁਹਾਨੂੰ ਵਧੀਆ ਚੀਜ਼ਾਂ ਯਾਦ ਹੋਣਗੀਆਂ। ਠੀਕ ਹੈ। ਜੋ ਚੀਜ਼ਾਂ ਪ੍ਰੋਵਾਈਡ ਅਸੀਂ ਕਰਵਾ ਸਕਦੇ ਹਾਂ ਉਹ ਤੁਹਾਨੂੰ ਆਪਾਂ ਕਰਵਾ ਰਹੇ ਹਾਂ ਐਪ ਦੇ ਉੱਤੇ। ਠੀਕ ਹੈ ਜੀ। ਐਪ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ। ਤਾਂ ਦੇਖੋ ਜੀ, ਵਿਆਕਰਨਿਕ ਬਣ ਗਈਆਂ, ਮਤਲਬ ਕਿ ਜਿਹੜੀ ਵਿਆਕਰਨ ਹੈ ਉਸ ਨੂੰ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਗਿਆ, ਜਿਵੇਂ ਕਿ ਸਿਧਾਂਤਕ ਵਿਆਕਰਨ। ਸਿਧਾਂਤਕ ਵਿਆਕਰਨ ਕੀ ਹੈ ਕਿ ਥਿਓਰਟੀਕਲ ਕਹਿ ਦਿੰਦੇ ਆਪਾਂ, ਕਲਾਸੀਕਲ ਵਿਆਕਰਨ ਕਹਿ ਦਿੰਦੇ ਹਾਂ। ਇਹਦੇ ਵਿੱਚ ਸਿਧਾਂਤ ਲਿਖੇ ਹੋਏ ਨੇ ਵੀ ਨਾਮ ਕੀ ਹੈ, ਪੜਨਾਮ ਕੀ ਹੈ ਨਾ, ਸ਼ਬਦ ਨੂੰ ਕਿਸ ਤਰ੍ਹਾਂ ਲਿਖਣਾ ਹੈ, ਇਹ ਸਾਰੇ ਨਿਯਮ ਇਸ ਦੇ ਵਿੱਚ ਲਿਖੇ ਗਏ ਨੇ ਹੈ ਨਾ। ਵੀ ਪਰਿਭਾਸ਼ਾ ਦਿੱਤੀ ਗਈ ਹੈ ਵੀ ਉਹ ਕਿਸੇ ਵਸਤੂ ਦੇ ਨਾਂ, ਸਥਾਨ ਦੇ ਨਾਂ, ਵਿਅਕਤੀ ਦੇ ਨਾਂ, ਭਾਵ ਦੇ ਨਾਂ ਨੂੰ ਅਸੀਂ ਕੀ ਆਖਦੇ ਹਾਂ, ਨਾਮ ਆਖਦੇ ਹਾਂ। ਤਾਂ ਉਸ ਦੇ ਨਿਯਮ ਸਿਧਾਂਤ ਲਿਖੇ ਗਏ ਨੇ ਹੈ ਨਾ। ਅਤੇ ਇਹ ਹੋ ਗਈ ਆਪਣੀ ਕਲਾਸੀਕਲ ਗ੍ਰਾਮਰ। ਠੀਕ ਹੈ ਜੀ। ਜਾਂ ਕਹਿ ਸਕਦੇ ਆਪਾਂ ਕਿ ਥਿਓਰਟੀਕਲ ਗ੍ਰਾਮਰ ਹੋ ਗਈ ਹੈ ਨਾ, ਸਿਧਾਂਤਕ ਵਿਆਕਰਨ ਹੋ ਗਈ। ਇੱਕ ਹੁੰਦੀ ਹੈ ਜੀ ਵਿਵਹਾਰਿਕ ਵਿਆਕਰਨ, ਯਾਨੀ ਕਿ ਅਪਲਾਈਡ ਗ੍ਰਾਮਰ ਜਾਂ ਫੰਕਸ਼ਨਲ ਗ੍ਰਾਮਰ ਕਹਿ ਸਕਦੇ ਆਪਾਂ ਇਹਨੂੰ। ਤਾਂ ਦੇਖੋ ਜੀ, ਵਿਵਹਾਰਿਕ ਵਿਆਕਰਨ ਕੀ ਹੁੰਦੀ ਹੈ ਕਿ ਜੋ ਚੀਜ਼ਾਂ ਆਪਾਂ ਵਰਤਦੇ ਹਾਂ ਆਪਣੇ ਵਿਵਹਾਰ ਦੇ ਵਿੱਚ ਆਉਂਦੀਆਂ, ਨਾਮ ਪੜਨਾਮ ਨੂੰ ਆਪਾਂ ਨੇ ਵਰਤਣਾ ਕਿੱਥੇ ਹੈ, ਜਦੋਂ ਆਪਾਂ ਵਰਤਦੇ ਹਾਂ ਉਸ ਨੂੰ ਅਪਲਾਈ ਕਰਕੇ ਦੇਖਦੇ ਹਾਂ ਵੀ ਇੱਥੇ ਨਾਮ ਵਰਤ ਕੇ ਦੇਖਾਂ, ਇੱਥੇ ਇਹ ਪੜਨਾਮ ਵਰਤ ਕੇ ਦੇਖਾਂ, ਇੱਥੇ ਟੈਂਸ ਦਾ ਰੂਲ ਹੈ ਕੋਈ, ਉਹ ਟੈਂਸ ਦਾ ਰੂਲ ਇੱਥੇ ਅਪਲਾਈ ਕਰਕੇ ਦੇਖੀਏ, ਕੋਈ ਕਿਰਿਆ ਦਾ ਰੂਲ ਹੈ ਉਹ ਰੂਲ ਇੱਥੇ ਅਪਲਾਈ ਕਰਕੇ ਦੇਖੀਏ। ਜਦੋਂ ਆਪਾਂ ਅਪਲਾਈ ਕਰਕੇ ਦੇਖਦੇ ਹਾਂ ਉਸ ਨੂੰ, ਠੀਕ ਹੈ, ਤਾਂ ਵਿਵਹਾਰ ਦੇ ਵਿੱਚ ਲੈ ਕੇ ਆਉਂਦੇ, ਵਰਤੋਂ ਕਰਦੇ ਹਾਂ ਜਦੋਂ ਆਪਾਂ। ਠੀਕ ਹੈ। ਵਿਵਹਾਰ ਇੱਕ ਜਿਹੜੀ ਆਪਾਂ ਵਰਤੋਂ ਕਰਦੇ ਹਾਂ, ਮੈਂ ਬੋਲ ਰਿਹਾ, ਮੈਂ ਬੋਲਦੇ ਹੋਏ ਭਾਸ਼ਾ ਦਾ ਵਰਤੋਂ ਕਰ ਰਹੇ ਹਾਂ, ਵਿੱਚ ਵਿਆਕਰਨ ਦੇ ਨਿਯਮ ਬੋਲ ਰਹੇ ਹਾਂ, ਸਮਝ ਰਹੀ ਹਾਂ ਉਹਨਾਂ ਨੂੰ, ਉਸ ਦੇ ਬੇਸ 'ਤੇ ਗੱਲ ਕਰ ਰਹੇ ਹਾਂ, ਤਾਂ ਇਹ ਕੀ ਵਿਵਹਾਰਿਕ ਵਿਆਕਰਨ ਹੈ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਪ੍ਰਸੰਗਿਕ ਵਿਆਕਰਨ। ਠੀਕ ਹੈ। ਇੰਸੀਡੈਂਟਲ, ਸਿਚੁਏਸ਼ਨਲ ਕਹਿ ਸਕਦੇ ਹਾਂ ਗ੍ਰਾਮਰ। ਤਾਂ ਇਹ ਪ੍ਰਸੰਗਕ ਪਤਾ ਕੀ ਹੈ ਕਿ ਆਪਾਂ ਨੇ ਜਿਹੜੀ ਵਿਆਕਰਨ ਦੀ ਵਰਤੋਂ ਹੈ ਉਹ ਪ੍ਰਸੰਗ ਦੇ ਅਕੋਰਡਿੰਗ ਕਰਨੀ ਹੈ। ਪ੍ਰਸੰਗ ਕੀ ਹੈ, ਸਮਾਂ, ਸਥਿਤੀ। ਸਥਿਤੀ ਕਿਹੋ ਜਿਹੀ ਸੀ ਆਪਣੀ, ਵੀ ਹੁਣ ਕਿਹੜਾ ਸਮੇਂ 'ਤੇ ਗੱਲ ਕਰ ਰਹੇ ਹਾਂ ਮੈਂ, ਕਿਹੜੀ ਸਥਿਤੀ ਹੈ। ਮੰਨ ਕੇ ਚੱਲੋ ਆਪਾਂ ਕਿਸੇ ਦੇ ਡੈਥ ਦੇ ਵਿੱਚ ਸ਼ਾਮਲ ਹੋਏ ਹਾਂ ਹੈ ਨਾ, ਕਿਸੇ ਦੇ ਮਤਲਬ ਕਿ ਸੋਗ ਦਾ ਸਮਾਂ, ਦੁਖੀ ਦਾ ਸਮਾਂ, ਦੁੱਖ ਦੇ ਸਮੇਂ ਸ਼ਾਮਲ ਹੋਏ ਹਾਂ। ਇਹ ਥੋੜ੍ਹੀ ਵੀ ਆਪਾਂ ਉੱਥੇ ਦੰਦ ਕੱਢੀ ਚੱਲਾਂਗੇ ਜਾਂ ਆਪਾਂ ਹਾਸੇ ਦੀਆਂ ਗੱਲਾਂ ਕਰੀ ਚੱਲਾਂਗੇ, ਉੱਥੇ ਜੋਕ ਸੁਣਾਈ ਚੱਲਾਂਗੇ, ਨਹੀਂ। ਵਿਆਕਰਨ ਮਤਲਬ ਆਪਾਂ ਉੱਥੇ ਗੱਲ ਕਰਾਂਗੇ, ਉੱਥੇ ਆਪਣੇ ਅੰਦਰ ਦੁੱਖ ਦੇ ਭਾਵ ਪੇਸ਼ ਕਰਾਂਗੇ ਹੈ ਨਾ। ਜਦੋਂ ਆਪਾਂ ਉੱਥੇ ਕੋਈ ਵਿਆਕਰਨਕ ਧੁਨੀਆਂ ਦੀ ਵਰਤੋਂ ਕਰਦੇ ਹਾਂ, ਜਿਵੇਂ ਆਪਾਂ ਵਿਆਕਰਨ ਦੇ ਵਿੱਚ ਪੜ੍ਹਦੇ ਹਾਂ ਬਿਸਮਿਕ, ਉੱਥੇ ਆਪਾਂ ਇਹ ਬਿਸਮਿਕ ਥੋੜ੍ਹੀ ਵਰਤਾਂਗੇ ਵੀ ਖੁਸ਼ੀ ਵਾਲਾ ਹੈ ਨਾ, ਵੀ ਉੱਥੇ ਆਪਾਂ ਕੀ ਵਰਤਾਂਗੇ, ਬੱਲੇ ਬੱਲੇ ਨਹੀਂ ਹੈ, ਉੱਥੇ ਕਹਿੰਦੇ ਜਾ ਕੇ ਬੱਲੇ ਬੱਲੇ ਕਮਾਲ ਕਰਤੀ, ਇਹ ਤਾਂ ਡੈਥ ਹੋ ਗਈ ਇਹਦੀ, ਨਾ ਇੱਦਾਂ ਨਹੀਂ ਕਹਿੰਦੇ, ਉੱਥੇ ਆਪਾਂ ਦੁੱਖ ਪ੍ਰਗਟ ਕਰਾਂਗੇ ਹੈ ਨਾ। ਤਾਂ ਇਸ ਤਰ੍ਹਾਂ ਕੀ ਹੈ ਵੀ ਇਹਨੂੰ ਆਪਾਂ ਸਿਚੁਏਸ਼ਨ ਦੇ ਅਕੋਰਡਿੰਗ ਵਰਤਾਂਗੇ, ਪ੍ਰਸੰਗ ਦੇ ਅਕੋਰਡਿੰਗ। ਕਿਸੇ ਖੁਸ਼ੀ 'ਚ ਸ਼ਾਮਲ ਹੋ ਰਹੇ ਹਾਂ ਆਪਾਂ ਹੈ ਨਾ, ਤਾਂ ਖੁਸ਼ੀ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਉੱਥੇ ਆਪਾਂ ਨੱਚਾਂਗੇ ਟੱਪਾਂਗੇ, ਕੁਛ ਗੀਤ ਗਾਵਾਂਗੇ, ਉੱਚੀ ਉੱਚੀ ਬੱਲੇ ਬੱਲੇ ਵੀ ਕਰ ਸਕਦੇ ਹਾਂ ਹੈ ਨਾ, ਜਿਵੇਂ ਇੰਗਲਿਸ਼ 'ਚ ਹੋਰਾ ਹੁੰਦਾ ਤਾਂ ਇੱਦਾਂ। ਅਤੇ ਆਪਾਂ ਉੱਥੇ ਦੁੱਖ ਦਾ ਨਹੀਂ ਕੋਈ ਭਾਵ ਪ੍ਰਗਟ ਕਰਦੇ, ਕਿਤੇ ਉੱਥੇ ਜਾ ਕੇ ਚੱਲੀਏ ਹਾਏ ਹਾਏ ਕਰੀ ਚੱਲੀਏ, ਬੈਨ ਪਾਈ ਚੱਲੀਏ, ਗੀਰਨੇ ਪਾਈ ਚੱਲੀਏ, ਨਹੀਂ। ਉੱਥੇ ਆਪਾਂ ਕੀ ਕਰਾਂਗੇ, ਖੁਸ਼ੀ ਦੇ ਭਾਵ ਪ੍ਰਗਟ ਕਰਾਂਗੇ। ਤਾਂ ਇਸ ਤਰ੍ਹਾਂ ਆਪਾਂ ਪ੍ਰਸੰਗ ਦੇ ਅਕੋਰਡਿੰਗ ਜਦੋਂ ਆਪਾਂ ਵਿਆਕਰਨਿਕ ਵੰਨਗੀਆਂ ਨੂੰ ਵਰਤਦੇ ਹਾਂ ਤਾਂ ਉਹ ਕੀ ਹੈ, ਪ੍ਰਸੰਗਿਕ ਵਿਆਕਰਨ, ਇੰਸੀਡੈਂਟਲ, ਸਿਚੁਏਸ਼ਨਲ ਗ੍ਰਾਮਰ ਆਪਾਂ ਉਸ ਨੂੰ ਕਹਿ ਸਕਾਂਗੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ, ਤੀਸਰਾ ਪੁਆਇੰਟ ਹੈ ਜੀ ਕਿ ਪੰਜਾਬੀ ਵਿਆਕਰਨ ਦੀਆਂ ਅਧਿਆਪਨ ਵਿਧੀਆਂ। ਠੀਕ ਹੈ ਜੀ। ਅਧਿਆਪਨ ਵਿਧੀਆਂ ਕਿਹੜੀਆਂ ਕਿਹੜੀਆਂ ਨੇ, ਪ੍ਰਣਾਲੀਆਂ ਕਹਿ ਲਓ ਜਾਂ ਵਿਧੀਆਂ ਕਹਿ ਲਓ, ਕਿਹੜੀਆਂ ਕਿਹੜੀਆਂ ਆਪਾਂ ਵਰਤਦੇ ਹਾਂ। ਠੀਕ ਹੈ ਜੀ। ਇਹ ਆਪਾਂ ਨੇ ਡਿਸਕਸ ਕਰਨਾ ਹੈ। ਤਾਂ ਦੇਖੋ ਜੀ, ਨੰਬਰ 1 ਗੱਲ ਕਰਦੇ ਹਾਂ ਆਪਾਂ ਪ੍ਰਤੱਖ ਭਾਸ਼ਾ ਪ੍ਰਣਾਲੀ ਦੀ। ਪ੍ਰਤੱਖ ਦਾ ਅਰਥ ਹੈ ਸਿੱਧੀ। ਠੀਕ ਹੈ। ਡਾਇਰੈਕਟ ਮੈਥਡ ਕਹਿ ਦਿੰਦੇ ਜਿਵੇਂ ਆਪਾਂ। ਡਾਇਰੈਕਟ ਮੈਥਡ ਦੇ ਵਿੱਚ ਕੀ ਆਪਾਂ ਨਿਯਮਾਂ ਨੂੰ, ਰਚਨਾ ਨੂੰ, ਅਭਿਆਸ ਨੂੰ, ਗੱਲਬਾਤ ਨੂੰ, ਪ੍ਰਸ਼ਨ ਉੱਤਰ ਨੂੰ, ਭਾਸ਼ਾ ਪ੍ਰਯੋਗ ਨੂੰ ਸਿੱਧੇ ਹੀ ਅਪਲਾਈ ਕਰ ਦਿੰਦੇ ਹਾਂ। ਜਿਵੇਂ ਕਿ ਬੱਚੇ ਨੂੰ ਕੋਈ ਆ ਕੇ ਲੇਖ ਪੜ੍ਹਾਉਣਾ ਪੰਜਾਬੀ 'ਚ, ਸਿੰਪਲ ਉਹਨੂੰ ਲੇਖ ਪੜ੍ਹਾਉਣ ਲੱਗ ਗਏ ਆਪਾਂ ਜਾ ਕੇ। ਇੰਗਲਿਸ਼ ਦੇ ਵਿੱਚ ਡਾਇਰੈਕਟ ਮੈਥਡ ਨੂੰ ਆਪਾਂ ਕਿਵੇਂ ਅਪਣਾਵਾਂਗੇ, ਉਹਦੇ 'ਚ ਡਾਇਰੈਕਟ ਮੈਥਡ ਇੰਨਾ ਪੋਜ਼ੀਟਿਵ ਨਹੀਂ ਮੰਨਿਆ ਜਾਂਦਾ ਇੰਗਲਿਸ਼ 'ਚ, ਕਿਉਂਕਿ ਉਹਦੇ 'ਚ ਆਪਾਂ ਪਹਿਲਾਂ ਲੇਖ ਪੜ੍ਹਾਉਣ ਤੋਂ ਪਹਿਲਾਂ ਉਹ ਬੱਚਿਆਂ ਨੂੰ ਉਹਨਾਂ ਦੀ ਮਾਤ ਭਾਸ਼ਾ ਦੇ ਵਿੱਚ ਟਰਾਂਸਲੇਟ ਕਰਕੇ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਫਿਰ ਉਸ ਨੂੰ ਦੇ ਉੱਤੇ ਡਾਇਰੈਕਟ
ਆਪਾਂ ਪੁਆਇੰਟ 'ਤੇ ਆਵਾਂਗੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਉਹਦੇ ਵਿੱਚ ਡਾਇਰੈਕਟ ਨਹੀਂ ਅਪਣਾਇਆ ਜਾ ਸਕਦਾ। ਹੁਣ ਪੰਜਾਬੀ ਕਿਸੇ ਦੀ ਮਾਤ ਭਾਸ਼ਾ ਤਾਂ ਉੱਥੇ ਮਾਤ ਭਾਸ਼ਾ ਦੇ ਰੂਪ ਵਿੱਚ ਪੰਜਾਬੀ ਅਤੇ ਪ੍ਰਤੱਖ ਵਿਧੀ ਅਪਣਾਈ ਜਾ ਸਕਦੀ ਹੈ। ਅਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਵਿਆਖਿਆ ਪ੍ਰਣਾਲੀ। ਅੱਗੇ ਵਿਆਖਿਆ ਪ੍ਰਣਾਲੀ ਨੂੰ ਆਪਾਂ ਦੋ ਭਾਗਾਂ 'ਚ ਵੰਡਾਂਗੇ। ਇੱਕ ਤਾਂ ਹੁੰਦੀ ਹੈ ਆਗਮਨ ਵਿਸ਼ਲੇਸ਼ਣ ਪ੍ਰਣਾਲੀ, ਇੱਕ ਹੁੰਦੀ ਹੈ ਸਹਿਯੋਗ ਸਮਾਵੇਸ਼ੀ ਪ੍ਰਣਾਲੀ, ਠੀਕ ਹੈ ਜੀ। ਤਾਂ ਹੁਣ ਆਗਮਨ ਦੇ ਵਿੱਚ ਕੀ ਹੈਗਾ, ਪਹਿਲਾਂ ਉਦਾਹਰਨ, ਫਿਰ ਨਿਯਮ ਸਮਝਾਇਆ, ਠੀਕ ਹੈ, ਫਿਰ ਵਿਸ਼ਲੇਸ਼ਣ ਕੀਤਾ ਉਸਦਾ। ਇੱਕ ਹੁੰਦੀ ਹੈ ਸਹਿਯੋਗ ਜਾਂ ਸਮਾਵੇਸ਼ੀ, ਇਹਦੇ 'ਚ ਕੀ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਸ਼ਾਮਲ ਕਰਕੇ ਫਿਰ ਪੜ੍ਹਾ ਰਹੇ ਹਾਂ, ਠੀਕ ਹੈ। ਇਹਨਾਂ ਵਿਧੀਆਂ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਜਿਹੜੀ ਆਗਮਨ ਵਿਧੀ ਹੈ ਇਸ ਨੂੰ ਛੋਟੇ ਬੱਚਿਆਂ ਦੇ ਲਈ ਵਧੀਆ ਮੰਨਿਆ ਜਾਂਦਾ ਹੈ। ਜਿਹੜੀ ਨਿਗਮਨ ਵਿਧੀ ਹੁੰਦੀ ਹੈ ਇਸ ਨੂੰ ਵੱਡੇ ਬੱਚਿਆਂ ਦੇ ਲਈ ਵਧੀਆ ਮੰਨਿਆ ਜਾਂਦਾ ਹੈ। ਆਗਮਨ ਦੇ ਵਿੱਚ ਪਹਿਲਾਂ ਆਪਾਂ ਕੀ ਕਰਦੇ ਹਾਂ, ਉਦਾਹਰਨ ਦਿੰਦੇ ਹਾਂ, ਐਗਜ਼ੈਂਪਲ ਲਿੱਤੀ, ਫਿਰ ਰੂਲ ਵੱਲ ਗਏ। ਜਦ ਕਿ ਨਿਗਮਨ ਦੇ ਵਿੱਚ ਉਲਟ ਹੋਏਗਾ, ਪਹਿਲਾਂ ਰੂਲ ਸਮਝਾਤਾ ਫਿਰ ਐਗਜ਼ੈਂਪਲ 'ਤੇ ਆਏ। ਜਿਵੇਂ ਕਿ ਮੈਂ ਗੱਲ ਕਰਦਾ ਹੁੰਦਾ, ਤੁਸੀਂ ਜਾ ਕੇ ਬੱਚੇ ਨੂੰ ਕਲਾਸ ਦੇ ਵਿੱਚ ਕਹਿਤਾ, ਬੱਚਿਓ ਤੁਹਾਨੂੰ ਆਲੇ ਦੁਆਲੇ ਕੀ ਦਿਸ ਰਿਹਾ ਹੈ? ਬੱਚੇ ਕਹਿਣਗੇ ਜੀ ਮੈਨੂੰ ਟੇਬਲ ਦਿਸ ਰਿਹਾ ਹੈ, ਕੁਰਸੀ ਦਿਸ ਰਹੀ ਹੈ। ਕੋਈ ਆਪਣੇ ਦੋਸਤ ਦਾ ਨਾਂ ਲੈ ਦੂਗਾ ਜੀ ਮੈਨੂੰ ਤਾਂ ਜੈਲਾ ਦਿਸ ਰਿਹਾ ਹੈ, ਜੈਲਾ ਕਿਸੇ ਦਾ ਨਾਂ ਹੋ ਗਿਆ ਵੀ ਜੈਲਾ ਦਿਸ ਰਿਹਾ ਜੀ, ਕੈਲਾ ਦਿਸ ਰਿਹਾ, ਰਾਮ ਦਿਸ ਰਿਹਾ, ਸ਼ਾਮ ਦਿਸ ਰਿਹਾ, ਇੱਦਾਂ ਹੈ ਨਾ। ਕੋਈ ਕਹੂਗਾ ਜੀ ਸਰ ਮੈਨੂੰ ਤਾਂ ਚੌਕ ਦਿਸ ਰਿਹਾ, ਡਸਟਰ ਦਿਸ ਰਿਹਾ, ਇੱਦਾਂ। ਤਾਂ ਤੁਸੀਂ ਕਹਿ ਦੋਗੇ ਇਹ ਸਭ ਚੀਜ਼ਾਂ ਨੂੰ ਅਸੀਂ ਨਾਮ ਆਖਦੇ ਹਾਂ। ਤੁਸੀਂ ਪਹਿਲਾਂ ਉਦਾਹਰਨਾਂ ਦਿੱਤੀਆਂ ਵੀ ਤੁਹਾਨੂੰ ਕੁਰਸੀ, ਮੇਜ਼, ਗਰਮੀ ਲੱਗ ਰਹੀ ਹੈ, ਸਰਦੀ ਲੱਗ ਰਹੀ ਹੈ, ਇਹ ਚੀਜ਼ਾਂ ਜਿਹੜੀਆਂ ਦਿਸ ਰਹੀਆਂ ਨੇ, ਫੀਲ ਹੋ ਰਹੀਆਂ ਨੇ, ਇਹ ਸਭ ਕੀ ਨਾਮ ਨੇ। ਹੁਣ ਤੁਸੀਂ ਕੀ ਕਰਤਾ, ਪਹਿਲਾਂ ਉਦਾਹਰਨਾਂ ਦਿੱਤੀਆਂ ਫਿਰ ਨਿਯਮ ਸਮਝਾਏ। ਇਹ ਆਗਮਨ ਵਿਧੀ ਹੈ, ਵਿਸ਼ਲੇਸ਼ਣ ਪ੍ਰਣਾਲੀ ਇੱਥੇ ਆਪਾਂ ਵਰਤ ਰਹੇ ਹਾਂ। ਅਤੇ ਸਹਿਯੋਗ ਦੇ ਵਿੱਚ ਆਪਾਂ ਚੀਜ਼ਾਂ ਨੂੰ ਸਹਿਯੋਗ ਕਰ ਰਹੇ ਹਾਂ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਇਹ ਵੀ ਯਾਦ ਕਰੋ, ਇਹਦੇ ਨਾਲ ਐਡ ਕਰ ਲਓ ਨਿਗਮਨ ਪ੍ਰਣਾਲੀ, ਠੀਕ ਹੈ, ਜਾਂ ਨਿਗਮਨ ਵਿਧੀ। ਇਹਦੇ 'ਚ ਕੀ ਹੋਊਗਾ, ਤੁਸੀਂ ਪਹਿਲਾਂ ਬੱਚੇ ਨੂੰ ਜਾਣ ਸਾਰ ਬੋਰਡ ਦੇ ਉੱਤੇ ਲਿਖ ਦੋਗੇ ਜਾਂ ਕਿਤਾਬਾਂ 'ਤੇ ਪੜ੍ਹਾ ਦੋਗੇ। ਕੀ ਕਹਿ ਦੋਗੇ, ਉਹ ਵਸਤੂ, ਕਿਸੇ ਵਸਤੂ ਦੇ ਨਾਂ, ਇੱਕ ਮਿੰਟ, ਤੁਸੀਂ ਇਹ ਕਹੋਗੇ ਉਹ ਸ਼ਬਦ ਜੋ ਕਿਸੇ ਵਸਤੂ, ਵਿਅਕਤੀ, ਸਥਾਨ, ਭਾਵ ਆਦਿ ਦੇ ਨਾਮ ਲਈ ਵਰਤਿਆ ਜਾਵੇ ਉਸ ਨੂੰ ਨਾਮ ਕਿਹਾ ਜਾਂਦਾ ਹੈ। ਬੱਚਿਆਂ ਨੂੰ ਰੂਲ ਸਮਝਾਤਾ। ਹੁਣ ਤੁਸੀਂ ਕਹੋਗੇ ਜਿਵੇਂ ਕਿ ਤੁਹਾਨੂੰ ਕੁਰਸੀ ਦਿਸ ਰਹੀ ਹੈ, ਕੁਰਸੀ ਇੱਕ ਨਾਮ ਹੈ, ਮੇਜ਼ ਨਾਮ ਹੈ, ਗਰਮੀ ਨਾਮ ਹੈ, ਹੈ ਨਾ। ਨਾਉਨ ਦਾ ਟੌਪਿਕ ਇੱਦਾਂ ਤੁਸੀਂ ਉਹਨੂੰ ਕਰਾਓਗੇ। ਤਾਂ ਇਸ ਤਰ੍ਹਾਂ ਕੀ ਕਰ ਰਹੇ ਹੋ, ਰੂਲ ਤੋਂ ਐਗਜ਼ੈਂਪਲ ਵੱਲ ਜਾ ਰਹੇ ਹੋ, ਉਹ ਨਿਗਮਨ ਹੈ। ਜਦੋਂ ਤੁਸੀਂ ਉਦਾਹਰਨ ਤੋਂ ਨਿਯਮ ਵੱਲ ਯਾਨੀ ਕਿ ਐਗਜ਼ੈਂਪਲ ਟੂ ਰੂਲ ਜਾ ਰਹੇ ਹੋ, ਉਹ ਆਗਮਨ ਹੈ। ਆਗਮਨ ਨੂੰ ਜ਼ਿਆਦਾ ਬੈਸਟ ਮੰਨਿਆ ਜਾਂਦਾ ਨਿਗਮਨ ਦੇ ਮੁਕਾਬਲੇ। ਇਹ ਚੀਜ਼ਾਂ ਧਿਆਨ ਦੇ 'ਚ ਰੱਖਿਓ। ਇਸ ਤੋਂ ਬਾਅਦ ਨੰਬਰ 3 ਸਿਧਾਂਤਕ ਪ੍ਰਣਾਲੀ, ਯਾਨੀ ਕਿ ਡਾਇਰੈਕਟ ਤੁਸੀਂ ਉਹਨਾਂ ਨੂੰ ਸਿਧਾਂਤ ਪੜ੍ਹਾ ਰਹੇ ਹੋ, ਰੂਲ ਪੜ੍ਹਾ ਰਹੇ ਹੋ, ਹੈ ਨਾ। ਤਾਂ ਯਾਨੀ ਕਿ ਪਾਠ ਪੁਸਤਕ ਪ੍ਰਣਾਲੀ, ਪਰਿਭਾਸ਼ਾਵਾਂ, ਨਿਯਮ, ਸਿਧਾਂਤਾਂ, ਠੀਕ ਹੈ ਜੀ, ਇਹ ਚੀਜ਼ਾਂ ਇਸ 'ਚ ਸ਼ਾਮਲ ਨੇ। ਪਾਠ ਪੁਸਤਕ ਹੈ ਉਹਦੇ ਤੋਂ ਡਾਇਰੈਕਟ ਸਿਧਾਂਤ ਰੂਲ ਪੜ੍ਹਾਏ ਜਾ ਰਹੇ ਨੇ। ਸੂਤਰ ਪ੍ਰਣਾਲੀ, ਨਿਗਮਨ, ਉਹ ਦੇਖ ਨਿਗਮਨ ਇੱਥੇ ਆ ਗਈ ਹੁਣ, ਹੈ ਨਾ। ਇੱਥੇ ਸਮਝਣ ਦੀ ਕੋਸ਼ਿਸ਼ ਕਰੋ ਕਿ ਮੈਂ ਵਿਆਖਿਆ ਪ੍ਰਣਾਲੀ ਦੇ ਵਿੱਚ ਤੁਹਾਨੂੰ ਕੀ ਪੜ੍ਹਾਤਾ, ਆਗਮਨ ਪੜ੍ਹਾਤਾ। ਵਿਆਖਿਆ ਪ੍ਰਣਾਲੀ ਦੇ ਵਿੱਚ ਕੀ ਪੜ੍ਹਾਤਾ ਤੁਹਾਨੂੰ, ਆਗਮਨ ਪ੍ਰਣਾਲੀ, ਆਗਮਨ ਵਿਧੀ ਪੜ੍ਹਾਤੀ, ਠੀਕ ਹੈ। ਤਾਂ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਕੀ ਦੱਸ ਰਿਹਾ ਤੁਹਾਨੂੰ, ਇਹਦੇ 'ਚ ਤੁਹਾਨੂੰ ਨਿਗਮਨ ਵਿਧੀ ਬਾਰੇ ਦੱਸਿਆ, ਜਿਹੜਾ ਨਿਗਮਨ ਬਾਰੇ ਤੁਹਾਨੂੰ ਦੱਸਿਆ ਉਹ ਇਹਦੇ 'ਚ ਆ ਗਿਆ, ਠੀਕ ਹੈ। ਇਹਦੇ 'ਚ ਕੀ ਕਰਦੇ ਆਪਾਂ, ਨਿਯਮ ਤੋਂ ਉਦਾਹਰਨ ਵੱਲ ਆ ਰਹੇ ਹਾਂ। ਦੇਖੋ ਉਹੀ ਗੱਲ ਹੈ ਕਿ ਨਾਮ ਦੀ ਪਰਿਭਾਸ਼ਾ ਦੇ ਕੇ ਲੱਭਣ ਦੀ ਕੋਸ਼ਿਸ਼ ਕਰਨਾ, ਠੀਕ ਹੈ, ਪਾਠ ਪੁਸਤਕ 'ਚੋਂ ਪੜ੍ਹਾਉਣਾ, ਠੀਕ ਹੈ। ਇਹ ਆਪਾਂ ਵਿਆਖਿਆ ਪ੍ਰਣਾਲੀ 'ਚ ਡਿਸਕਸ ਕੀਤਾ, ਇਹ ਆਪਾਂ ਨੇ ਸਿਧਾਂਤਕ ਪ੍ਰਣਾਲੀ ਦੇ ਵਿੱਚ ਡਿਸਕਸ ਕੀਤਾ ਹੈ, ਠੀਕ ਹੈ ਜੀ। ਤਾਂ ਇੱਦਾਂ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਦੇ 'ਚ ਰੱਖਿਓ, ਸਿੰਪਲ ਜੀ ਗੱਲ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਟੀਚਿੰਗ ਆਫ ਇੰਗਲਿਸ਼, TOE, ਠੀਕ ਹੈ, ਟੀਚਿੰਗ ਆਫ ਇੰਗਲਿਸ਼, ਇਹਦੇ ਮੈਥਡਸ ਸਮਝੋ। ਟੀਚਿੰਗ ਆਫ ਇੰਗਲਿਸ਼ ਦੇ ਮੈਥਡਸ ਸਮਝ ਲਓ, ਇੰਪੋਰਟੈਂਟ ਚੀਜ਼ ਹੈ, ਤੁਹਾਨੂੰ ਇੰਗਲਿਸ਼ ਦੇ ਵਿੱਚ ਵੀ ਕੰਮ ਦੇਵੇਗੀ। ਤਾਂ ਗ੍ਰਾਮਰ ਟਰਾਂਸਲੇਸ਼ਨ ਮੈਥਡ, ਠੀਕ ਹੈ ਜੀ। ਗ੍ਰਾਮਰ ਟਰਾਂਸਲੇਸ਼ਨ ਮੈਥਡ ਕੀ ਇੱਕ ਓਲਡੈਸਟ ਹੈ, ਟਰੈਡੀਸ਼ਨਲ ਹੈ, ਟਰਾਂਸਲੇਸ਼ਨ ਕੀਤਾ ਜਾਂਦਾ ਹੈ। ਤੁਸੀਂ ਬੱਚੇ ਨੂੰ ਲੇਖ ਪੜ੍ਹਾ ਰਹੇ ਹੋ, ਪਹਿਲਾਂ ਤੁਸੀਂ ਉਸਦੇ ਗ੍ਰਾਮਰ ਦੇ ਰੂਲਾਂ ਨੂੰ ਟਰਾਂਸਲੇਟ ਕਰੋਗੇ। ਬੱਚੇ ਤੁਸੀਂ ਪੰਜਾਬੀ 'ਚ ਜਿਹਨੂੰ ਆਪਾਂ ਇਹ ਕਹਿੰਦੇ ਇਹ ਉਹ ਚੀਜ਼ ਹੈ, ਠੀਕ ਹੈ। ਉਹਨੂੰ ਵਕੈਬ ਇਨਕਰੀਜ਼ ਹੋਏਗੀ ਗ੍ਰਾਮਰ ਟਰਾਂਸਲੇਸ਼ਨ ਮੈਥਡ ਨਾਲ। ਫੋਕਸ ਕੀਤਾ ਜਾਵੇਗਾ, ਸਿਰਫ ਮੀਨਿੰਗ ਦੇ ਉੱਤੇ ਫੋਕਸ ਹੋਏਗਾ ਇਹਦੇ 'ਚ, ਠੀਕ ਹੈ। ਇਨਕਰੀਜ਼ ਕੀ ਹੋਏਗੀ, ਵੋਕੈਬਲਰੀ ਇਨਕਰੀਜ਼ ਹੋਏਗੀ। ਟਰਾਂਸਲੇਸ਼ਨ ਕਰਨੀ ਪਏਗੀ, ਟਰੈਡੀਸ਼ਨਲ ਹੈ ਅਤੇ ਓਲਡੈਸਟ ਮੈਥਡ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਆ ਗਈ ਨੈਚੁਰਲ ਅਪਰੋਚ ਆਫ TOE, ਯਾਨੀ ਕਿ ਟੀਚਿੰਗ ਆਫ ਇੰਗਲਿਸ਼। ਇਹਦੇ ਵਿੱਚ ਨੈਚੁਰਲ ਆਰਡਰ ਨੂੰ ਫੋਲੋ ਕੀਤਾ ਜਾਂਦਾ ਹੈ। ਐਕੁਜੀਸ਼ਨ ਹੁੰਦਾ ਇਸ ਦੇ ਵਿੱਚ, ਵਿਦਿਆਰਥੀ ਕੀ ਕਰਦੇ, ਐਕੁਆਇਰ ਕਰ ਰਿਹਾ ਹੈ, ਚੀਜ਼ਾਂ ਨੂੰ ਗ੍ਰਹਿਣ ਕਰ ਰਿਹਾ ਹੈ। ਲਰਨਿੰਗ ਹੋ ਰਹੀ ਹੈ, ਮੋਨੀਟਰਿੰਗ ਹੋ ਰਹੀ ਹੈ, ਇਫੈਕਟਿਵ ਹੈ, ਇੰਟਰਸਟਿੰਗ ਹੈ, ਠੀਕ ਹੈ। ਨੈਚੁਰਲ ਮੈਥਡ ਦੇ ਵਿੱਚ ਆਰਡਰ ਨੂੰ ਕਿਵੇਂ ਫੋਲੋ ਕਰੋਗੇ ਤੁਸੀਂ, ਪਹਿਲਾਂ ਦੇਖੋ ਵੀ ਬੱਚੇ ਨੇ ਸੁਣਨਾ ਚੰਗੀ ਤਰ੍ਹਾਂ ਸਿੱਖ ਲਿਆ, ਠੀਕ ਹੈ ਜੀ। ਫਿਰ ਬੋਲਣਾ ਸਿੱਖ ਲਿਆ, ਪੜ੍ਹਨਾ ਸਿੱਖ ਲਿਆ, ਲਿਖਣਾ ਸਿੱਖ ਲਿਆ। ਭਾਸ਼ਾ ਕੌਸ਼ਲ ਨੇ ਜਿਹੜੇ ਲੈਂਗੁਏਜ ਸਕਿੱਲਸ ਨੇ ਉਹਨਾਂ ਦੇ ਆਰਡਰ ਨੂੰ ਫੋਲੋ ਕਰੋ, ਠੀਕ ਹੈ। ਅਤੇ ਇਸ ਦੇ ਵਿੱਚ ਐਕੁਜੀਸ਼ਨ, ਬੱਚੇ ਨੇ ਕੁਝ ਚੀਜ਼ਾਂ ਆਟੋਮੈਟਿਕਲੀ ਆਪਣੀ ਇਨਵਾਇਰਮੈਂਟ ਦੇ ਵਿੱਚੋਂ ਐਕਵਾਇਰ ਕਰ ਲੈਣੀਆਂ ਨੇ, ਠੀਕ ਹੈ। ਉਸ ਦੀ ਮੋਨੀਟਰਿੰਗ ਕੀਤੀ ਜਾਵੇ, ਠੀਕ ਹੈ। ਅਤੇ ਇਫੈਕਟਿਵ ਹੈ ਇਹ, ਇੰਟਰਸਟਿੰਗ ਮੈਥਡ ਹੈ। ਇਸ ਤੋਂ ਬਾਅਦ ਨੰਬਰ 3 ਆ ਜਾਂਦੀ ਹੈ ਗੱਲ ਬਾਈਲਿੰਗੁਅਲ ਮੈਥਡ ਦੀ। ਤਾਂ ਬਾਈਲਿੰਗੁਅਲ ਮੈਥਡ ਕੀ ਹੈ, ਦੋ ਭਾਸ਼ਾਈ ਮਤਲਬ ਵਿਧੀ। ਇਹਦੇ ਵਿੱਚ ਦੋ ਭਾਸ਼ਾਵਾਂ ਨੂੰ ਟਰਾਂਸਲੇਟ ਕਰਕੇ, ਜਿਵੇਂ ਕਿ ਬੱਚਾ ਹੈ
ਉਸ ਦੀ ਮਦਰ ਭਾਸ਼ਾ ਜਿਹੜੀ ਉਹ ਹਿੰਦੀ ਹੈ ਤੇ ਉਸ ਨੂੰ ਇੰਗਲਿਸ਼ ਪੜ੍ਹਾਈ ਜਾ ਰਹੀ ਹੈ। ਇੰਗਲਿਸ਼ ਪੜ੍ਹਾਉਣ ਵੇਲੇ ਤੁਸੀਂ ਉਸ ਨੂੰ ਕੀ ਕਰੋਗੇ, ਪਹਿਲਾਂ ਉਸ ਦੀ ਜੋ ਵੀ ਨੇਟਿਵ ਲੈਂਗੁਏਜ ਹੈ, ਮਦਰ ਟੰਗ ਹੈ, ਹਿੰਦੀ ਪੰਜਾਬੀ ਕੁਛ ਵੀ ਹੋ ਸਕਦੀ ਹੈ, ਉਹਦੇ ਵਿੱਚ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰੋਗੇ। ਠੀਕ ਹੈ ਜੀ। ਤਾਂ ਯੂਜ਼ ਆਫ ਨੇਟਿਵ ਮਤਲਬ ਕਿ ਉਸ ਦੀ ਜਨਮ ਜਿੱਥੇ ਜਨਮ ਹੋਇਆ ਹੈ ਨਾ, ਉਸ ਦੀ ਜਨਮ ਭੂਮੀ ਹੈ, ਉੱਥੇ ਨਾਲ ਸੰਬੰਧਿਤ ਜੋ ਭਾਸ਼ਾ ਹੈ, ਮਦਰ MT ਮੀਨਜ਼ ਮਦਰ ਟੰਗ। ਠੀਕ ਹੈ। ਤਾਂ ਉਸ ਦੇ ਵਿੱਚ ਟਰਾਂਸਲੇਟ ਕਰਕੇ ਦੱਸੋ। ਬੱਚੇ ਉਹਨੂੰ ਪੰਜਾਬੀ 'ਚ ਇਹ ਕਹਿੰਦੇ ਆ, ਇਹਨੂੰ ਹਿੰਦੀ 'ਚ ਇਹ ਕਹਿੰਦੇ ਜਦੋਂ ਇੰਗਲਿਸ਼ ਪੜ੍ਹਾ ਰਹੇ ਹੋ। ਠੀਕ ਹੈ। ਟਾਰਗੇਟ ਲੈਂਗੁਏਜ ਮੰਨ ਕੇ ਚਲੋ ਇੰਗਲਿਸ਼ ਹੈ, ਤੁਸੀਂ ਇੰਗਲਿਸ਼ ਪੜ੍ਹਾ ਰਹੇ ਹੋ ਤਾਂ ਤੁਸੀਂ ਬਾਈਲਿੰਗੁਅਲ ਅਪਰੋਚ ਉੱਥੇ ਅਪਣਾ ਸਕਦੇ ਹੋ। ਠੀਕ ਹੈ। ਬਾਈਲਿੰਗੁਅਲ ਅਪਰੋਚ ਉਦੋਂ ਅਪਣਾਈ ਜਾਊਗੀ ਜਦੋਂ ਆਪਾਂ ਕੀ ਕਰ ਰਹੇ ਹਾਂ, ਟਾਰਗੇਟ ਲੈਂਗੁਏਜ ਟੀਚ ਕਰ ਰਹੇ ਹਾਂ। ਠੀਕ ਹੈ। ਮਾਤ ਭਾਸ਼ਾ ਦੇ ਵਿੱਚ ਬੱਚੇ ਨੂੰ ਚੀਜ਼ਾਂ ਦੱਸ ਰਹੇ ਹਾਂ। ਠੀਕ ਹੈ ਜੀ। ਬਾਈਲਿੰਗੁਅਲ ਅਪਰੋਚ ਹੋ ਗਈ। ਇਸ ਤੋਂ ਬਾਅਦ ਹੈ ਜੀ ਕਿ ਸਟਰਕਚਰਲ ਜਾਂ ਸਿਚੁਏਸ਼ਨਲ ਅਪਰੋਚ। ਸਟਰਕਚਰਲ ਚੇਂਜ ਦੇ ਵਿੱਚ ਕੀ ਹੋਊਗਾ ਕਿ ਵਰਡ ਨੇ ਜਿਹੜੇ ਉਹਨਾਂ ਦਾ ਸਟਰਕਚਰ ਸਮਝਾ ਦੇਣਾ। ਬੱਚਿਓ ਇਹਨਾਂ ਦਾ ਉਚਾਰਨ ਕਰੋ, ਸਰ ਸਰ ਇੱਦਾਂ, ਕੱਕੇ ਨੂੰ ਕੰਨਾ ਲਿਖ ਕੇ ਤੁਸੀਂ ਦੱਸੋਗੇ ਇੱਦਾਂ, ਕਾ ਰ ਇੱਦਾਂ, ਮੰਨ ਚਲੋ CAR ਤੁਸੀਂ ਬੱਚੇ ਨੂੰ ਦੱਸ ਰਹੇ ਵੀ ਇਹਦਾ ਉਚਾਰਨ ਕਰੋ ਕਾਰ। ਤੁਸੀਂ ਉਹਨੂੰ ਕੀ ਕਹੋਗੇ ਵੀ ਇਹਦਾ ਇੱਕ ਸਟਰਕਚਰ ਬਣ ਗਿਆ ਇੱਦਾਂ, ਹੈ ਨਾ। ਐਟ ਅ ਟਾਈਮ ਮੇਕ ਵਰਡ ਅਕੋਰਡਿੰਗ ਸਿਚੁਏਸ਼ਨ। ਇਹਦੇ ਵਿੱਚ ਬੱਚਾ ਕੀ ਕਰੂਗਾ, ਸਿਚੁਏਸ਼ਨ ਦੇ ਅਕੋਰਡਿੰਗ ਵਰਡਸ ਨੇ ਜਿਹੜੇ ਉਹਨਾਂ ਨੂੰ ਕ੍ਰੀਏਟ ਕਰਨਾ ਸਿੱਖ ਜੂਗਾ। ਠੀਕ ਹੈ। ਇਹਨੂੰ ਸਟਰਕਚਰਲ ਜਾਂ ਆਪਾਂ ਸਿਚੁਏਸ਼ਨਲ ਅਪਰੋਚ ਕਹਿੰਦੇ ਹਾਂ, ਇਹ ਵੀ ਇੱਕ ਮੈਥਡ ਹੈ। ਇਸ ਤੋਂ ਬਾਅਦ ਹੈ ਜੀ ਕਮਿਊਨੀਕੇਟਿੰਗ ਲੈਂਗੁਏਜ। ਕਮਿਊਨੀਕੇਟਿੰਗ ਲੈਂਗੁਏਜ ਦਾ ਮਤਲਬ ਕੀ ਹੈ ਕਿ ਬੱਚੇ ਨੂੰ, ਵਿਦਿਆਰਥੀ ਨੂੰ ਜਦੋਂ ਆਪਾਂ ਪੜ੍ਹਾ ਰਹੇ ਹਾਂ ਉਹਨੂੰ ਕੀ ਕਹਾਂਗੇ, ਮੌਕਾ ਦੇ ਦਾਂਗੇ ਵੀ ਤੂੰ ਇਹਨੂੰ ਕਮਿਊਨੀਕੇਟ ਕਰਕੇ ਦੇਖ। ਕੋਈ ਰੂਲ ਸਮਝਾ ਰਿਹਾ ਉਹਨੂੰ ਕਹਿਦਾ ਵੀ ਤੂੰ ਵਰਤ ਕੇ ਦੇਖ। ਕਿਸੇ ਨੂੰ ਮੰਨ ਕੇ ਚਲੋ ਰੂਲ ਸਮਝਾ ਰਿਹਾ, ਤੂੰ ਕੋਈ ਚੀਜ਼ ਮੰਗਣੀ ਹੈ, ਤੂੰ ਅੰਦਰ ਆਉਣਾ ਕਲਾਸ ਦੇ ਵਿੱਚ, ਅੰਦਰ ਆਉਣ ਲਈ ਤੂੰ ਐਂਟਰੀ ਦੇ ਲਈ ਪਰਮਿਸ਼ਨ ਲੈਣੀ ਹੈ, ਤਾਂ ਕੀ ਕਹੋਗੇ, ਮੇ ਆਈ ਕਮ ਇਨ ਸਰ ਔਰ ਮੈਮ, ਹੈ ਨਾ, ਜੋ ਵੀ। ਤਾਂ ਇੱਦਾਂ ਤੁਸੀਂ ਉਹਨੂੰ ਕੀ ਕਰ ਰਹੇ ਹੋ, ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹਨੂੰ ਕਹਿ ਰਹੇ ਹੋ ਵੀ ਤੂੰ ਬਾਹਰ ਜਾ ਆ, ਹੁਣ ਅੰਦਰ ਪੁੱਛ ਕੇ ਆ, ਵੀ ਕਿਵੇਂ ਪੁੱਛੇਗਾ। ਤਾਂ ਉੱਥੇ ਜਦੋਂ ਉਹਨੂੰ ਅਪਲਾਈ ਕਰਕੇ ਦੇਖਣਗੇ ਤਾਂ ਉਹ ਕੀ ਹੋ ਜਾਊਗਾ, ਸਿਚੁਏਸ਼ਨ ਦੇ ਅਕੋਰਡਿੰਗ ਅਪਲਾਈ ਕਰਕੇ ਦੇਖਣਗੇ ਤਾਂ ਉਸਨੂੰ ਸਿੱਖਣਗੇ, ਕਮਿਊਨੀਕੇਟ ਕਰਨਗੇ। ਅਕੋਰਡਿੰਗ ਟੂ ਕੰਟੈਕਸਟ, ਜੋ ਕੰਟੈਕਸਟ ਹੈ, ਪ੍ਰਸੰਗ ਹੈ, ਉਸ ਦੇ ਅਕੋਰਡਿੰਗ ਲੈਂਗੁਏਜ ਨੂੰ ਯੂਜ਼ ਕਰਨਾ। ਸਿਚੁਏਸ਼ਨ ਦੇ ਅਕੋਰਡਿੰਗ ਯੂਜ਼ ਕਰਨਾ। ਸੁਸਾਇਟੀ 'ਚ ਜਿੱਥੇ ਵੀ ਆਪਾਂ ਵਿਚਰਦੇ ਹਾਂ, ਫਿਰ ਦੇਖੋ ਬੱਚਾ ਅੱਜ ਟੀਚਰ ਦੇ ਸਾਹਮਣੇ ਕਲਾਸ 'ਚ ਯੂਜ਼ ਕਰ ਰਿਹਾ ਹੈ, ਕੱਲ੍ਹ ਨੂੰ ਸੁਸਾਇਟੀ 'ਚ ਵੀ ਯੂਜ਼ ਕਰੂਗਾ, ਤਾਂ ਇਸ ਤਰ੍ਹਾਂ ਉਸ ਦੀ ਲੈਂਗੁਏਜ ਦੇ ਉੱਤੇ ਵਧੀਆ ਪਕੜ ਬਣ ਜਾਵੇਗੀ। ਇਸ ਤਰ੍ਹਾਂ ਉਹ ਲੈਂਗੁਏਜ ਨੂੰ ਕਮਿਊਨੀਕੇਟ ਕਰਨਾ ਸਿੱਖ ਜਾਵੇਗਾ ਇਸ ਦੇ ਵਿੱਚ। ਠੀਕ ਹੈ ਜੀ। ਤਾਂ ਨੰਬਰ 6 ਆਪਾਂ ਗੱਲ ਕਰਦੇ ਹਾਂ ਸੂਟੇਬਲ ਮੈਥਡ ਯੂਜ਼ ਕਰਨਾ ਕਾਹਦੇ ਅਕੋਰਡਿੰਗ, ਲੈਵਲ ਦੇ ਅਕੋਰਡਿੰਗ। ਬੱਚਾ ਪ੍ਰਾਇਮਰੀ ਲੈਵਲ ਦਾ ਤਾਂ ਉਹਦੇ ਲਈ ਆਪਾਂ ਜੋ ਵੀ ਮਤਲਬ ਇੰਡਕਟਿਵ ਮੈਥਡ ਹੈ ਉਹ ਯੂਜ਼ ਕਰੋ, ਹੈ ਨਾ, ਤਾਂ ਡਿਟੈਕਟਿਵ ਮੈਥਡ ਯੂਜ਼ ਕਰੋ। ਇਸ ਤਰ੍ਹਾਂ ਮਤਲਬ ਲੈਵਲ ਦੇ ਅਕੋਰਡਿੰਗ, ਪ੍ਰਾਇਮਰੀ ਦੇ ਲਈ ਅਲੱਗ, ਸੈਕੰਡਰੀ ਲਈ ਅਲੱਗ। ਇਸ ਤੋਂ ਬਾਅਦ ਆ ਗਈ ਪੈਟਰਨ ਟੀਚਿੰਗ। ਪੈਟਰਨ ਟੀਚਿੰਗ ਦੇ ਵਿੱਚ ਕੀ ਹੈ ਵੀ ਪਹਿਲਾਂ ਫੋਨੋਲੋਜੀ ਦਾ ਗਿਆਨ ਦੇਣਾ। ਫੋਨੋਲੋਜੀ ਕੀ ਹੈ, ਸਾਊਂਡ ਬਾਰੇ ਸਟੱਡੀ ਆਫ ਸਾਊਂਡ ਕੀ ਹੈ, ਫੋਨੋਲੋਜੀ ਹੈ। ਸਮੋਲੈਸਟ ਯੂਨਿਟ ਹੈ ਇਹ, ਧਿਆਨ ਦੇ ਵਿੱਚ ਰੱਖੋਗੇ। ਠੀਕ ਹੈ ਜੀ। ਅਤੇ ਮੋਰਫੋਲੋਜੀ ਕੀ ਹੈ, ਵਰਡ, ਸਟੱਡੀ ਆਫ ਵਰਡ। ਤਾਂ ਇਹਦੇ ਵਿੱਚ ਵਰਡ ਦੀ ਸਟੱਡੀ ਹੈ। ਇਹਦੇ ਵਿੱਚ ਕੀ ਹੈ, ਮੀਨਿੰਗਫੁੱਲ ਸਮੋਲੈਸਟ ਯੂਨਿਟ ਹੈ, ਤਾਂ ਇਹਨੂੰ ਧਿਆਨ ਦੇ ਵਿੱਚ ਰੱਖੋ। ਫੋਨੋਲੋਜੀ ਕੀ ਹੈ, ਸਮੋਲੈਸਟ ਯੂਨਿਟ ਹੈ। ਠੀਕ ਹੈ। ਧੁਨੀ ਕਹਿੰਦੇ ਜਿਵੇਂ ਆਪਾਂ, ਅਤੇ ਇਹ ਸ਼ਬਦ ਹੈ, ਸ਼ਬਦ ਬੋਧ ਹੋ ਗਿਆ ਜਿਵੇਂ, ਤਾਂ ਇਹ ਕੀ ਹੈ, ਮੀਨਿੰਗਫੁੱਲ ਹੈ। ਇਹ ਤਾਂ ਸਮੋਲੈਸਟ ਯੂਨਿਟ ਹੈ ਇਕੱਲੀ, ਇਹ ਮੀਨਿੰਗਫੁੱਲ ਸਮੋਲੈਸਟ ਯੂਨਿਟ ਹੈ। ਠੀਕ ਹੈ ਜੀ। ਤਾਂ ਮੋਰਫੋਲੋਜੀ ਹੈ, ਵਰਡ, ਸਟੱਡੀ ਆਫ ਵਰਡ ਇਸ ਦੇ ਵਿੱਚ ਸ਼ਾਮਲ ਹੈ। ਅਤੇ ਸਿੰਟੈਕਸ ਕੀ ਹੋ ਗਿਆ, ਸੈਂਟੈਂਸਸ ਦੀ ਸਟੱਡੀ ਆਫ ਸੈਂਟੈਂਸਸ। ਤਾਂ ਜੋ ਮਤਲਬ ਵਾਕ ਨੇ, ਵਾਕ ਬਣਾਉਣੇ ਸਿਖਾਉਣਾ, ਵਾਕ ਦੀਆਂ ਟਾਈਪਸ ਦੱਸਣਾ, ਹੈ ਨਾ, ਟਾਈਪਸ ਆਫ ਸੈਂਟੈਂਸਸ। ਠੀਕ ਹੈ। ਅਤੇ ਇਸ ਤੋਂ ਬਿਨਾਂ ਮੇਕ ਦਾ ਸੈਂਟੈਂਸ। ਠੀਕ ਹੈ। ਇਹ ਚੀਜ਼ਾਂ ਨੂੰ ਦੀ ਸਟੱਡੀ ਕਰਵਾਉਣਾ, ਇਹ ਕੀ ਹੈ, ਸਿੰਟੈਕਸ ਹੈ। ਤਾਂ ਇਸ ਤਰ੍ਹਾਂ ਇਹ ਪੈਟਰਨ ਨੂੰ ਫੋਲੋ ਕਰਦੇ ਹੋਏ ਬੱਚੇ ਨੂੰ, ਸਟੂਡੈਂਟ ਨੂੰ ਆਪਾਂ ਸਟੱਡੀ ਕਰਵਾਵਾਂਗੇ। ਇਸ ਤੋਂ ਬਾਅਦ ਉਹਨੂੰ ਸਿਮੈਂਟਿਕਸ ਦੱਸਾਂਗੇ, ਜਿਹੜੇ ਸੈਂਟੈਂਸਸ ਨੇ ਇਹਨਾਂ ਦਾ ਮੀਨਿੰਗ, ਹੈ ਨਾ। ਤਾਂ ਸਿਮੈਂਟਿਕਸ ਕੀ ਹੈ, ਸਟੱਡੀ ਆਫ ਮੀਨਿੰਗ ਹੈ। ਠੀਕ ਹੈ ਜੀ। ਧਿਆਨ ਦੇ ਵਿੱਚ ਰੱਖੋਗੇ। ਇਹਦੇ ਵਿੱਚ ਵਰਡ, ਫਰਾਜ਼, ਸੈਂਟੈਂਸਸ ਇਹਨਾਂ ਦੀ ਮੀਨਿੰਗ ਦੀ ਸਟੱਡੀ ਕੀਤੀ ਜਾਂਦੀ ਹੈ। ਸਮਝ ਰਹੇ ਹੋ। ਇੱਕ ਤਾਂ ਕੀ ਸੀ, ਸਟੱਡੀ ਆਫ ਸਾਊਂਡ, ਸਟੱਡੀ ਆਫ ਵਰਡ, ਸਟੱਡੀ ਆਫ ਸੈਂਟੈਂਸ। ਅਤੇ ਫੋਰਥ ਕੀ ਸੀ, ਸਟੱਡੀ ਆਫ ਮੀਨਿੰਗ ਆਫ ਦੀਜ਼ ਆਲ ਆਈਟਮਸ ਲਾਈਕ ਵਰਡ, ਫਰਾਜ਼ਸ, ਸੈਂਟੈਂਸਸ। ਠੀਕ ਹੈ। ਇਹਨਾਂ ਸਾਰਿਆਂ ਦੀ ਸਟੱਡੀ, ਮੀਨਿੰਗ ਦੀ ਸਟੱਡੀ ਕਰਨੀ ਸਮੈਂਟਿਕਸ ਹੈ। ਸਮੈਂਟਿਕਸ ਕੀ ਹੈ, ਇੱਕ ਮੀਨਿੰਗ ਅਸਪੈਕਟ ਹੈ। ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ। ਮੋਰ ਟਰਮਸ, ਕੁਝ ਹੋਰ ਟਰਮਾਂ ਸਮਝਦੇ ਆਪਾਂ, ਜਿਵੇਂ ਕਿ ਪ੍ਰੈਗਮੈਟਿਕਸ, ਲਿੰਗੁਇਸਟਿਕ, ਡਿਟਰਮੀਨੇਸ਼ਨ, ਮਿਕਸ ਕੋਡਿੰਗ। ਇਹਦੇ 'ਚ ਕੀ ਹੈ, ਜਿਵੇਂ ਡਿਟਰਮੀਨੇਸ਼ਨ ਵੀ ਅਲੱਗ-ਅਲੱਗ ਧੁਨੀਆਂ ਨੂੰ, ਸਾਊਂਡਸ ਨੂੰ ਡੈਟਰਮਾਈਨ ਕਰ ਪਾਉਣਾ, ਲਿੰਗੁਇਸਟਿਕਲੀ ਮਤਲਬ ਸਮਝ ਪਾਉਣਾ, ਹੈ ਨਾ। ਅਤੇ ਤਾਂ ਇਸ ਤੋਂ ਬਿਨਾਂ ਮਿਕਸ ਕੋਡਿੰਗ, ਕਈ ਵਾਰ ਬੱਚਾ ਕੀ ਹੁੰਦਾ, ਅਲੱਗ-ਅਲੱਗ ਭਾਸ਼ਾਵਾਂ ਦੇ ਕੋਡ, ਹੈ ਨਾ, ਵੀ ਉਹ ਪੰਜਾਬੀ ਬੋਲਦਾ ਹੋਏ ਵਿੱਚ ਹਿੰਦੀ ਦੇ ਸ਼ਬਦ ਯੂਜ਼ ਕਰ ਦਿੰਦਾ, ਤਾਂ ਇਸ ਤਰ੍ਹਾਂ ਉਹ ਕੋਡ ਮਿਕਸਿੰਗ ਕਰ ਰਿਹਾ ਹੈ। ਵੋਇਸ ਵੇਰੀਏਸ਼ਨ, ਹੋ ਸਕਦਾ ਬੱਚੇ ਦੀਆਂ ਮਤਲਬ ਬੋਲਣ ਦੇ ਤਰੀਕੇ ਦਾ, ਲਹਿਜ਼ੇ ਦਾ ਫਰਕ ਹੋਵੇ, ਹੈ ਨਾ, ਤਾਂ ਇਸ ਤਰ੍ਹਾਂ ਇਹ ਵੀ ਹੁੰਦੀ ਹੈ ਚੀਜ਼। ਅਤੇ ਆਡੀਓ ਲਿੰਗੁਅਲ ਅਪਰੋਚ, ਜਿਵੇਂ ਕਿ ਕੋਡਿੰਗ ਲੈਂਗੁਏਜ, ਸੀਕਰਟ ਵਰਡ,
ਜਿਵੇਂ ਕਿ ਕੋਈ ਸੀਕਰਟ ਵਰਡ ਸਮਝਾਇਆ ਜਾ ਰਿਹਾ ਹੈ ਨਾ, ਵੀ ਇਹਦਾ ਮੀਨਿੰਗ ਖਾਸ ਬੰਦੇ ਨੂੰ ਇਹ ਪਤਾ ਹੈ, ਠੀਕ ਹੈ। ਤਾਂ ਕਿਉਂਕਿ ਉਹਨਾਂ ਨੂੰ ਖੁਦ ਤਿਆਰ ਕੀਤਾ ਹੋ ਸਕਦਾ। ਤਾਂ ਕੋਡਿੰਗ ਲੈਂਗੁਏਜ ਹੋ ਗਈ, ਸੀਕਰਟ ਵਰਡ ਹੋ ਗਏ। ਇਸ ਤੋਂ ਬਾਅਦ ਕੁਝ ਆਪਾਂ ਤੁਹਾਡੇ ਨਾਲ ਹੋਰ ਚੀਜ਼ਾਂ ਸਾਂਝੀਆਂ ਕਰਦੇ ਹਾਂ। ਬੱਚਾ ਜਦੋਂ ਲੈਂਗੁਏਜ ਸਿੱਖਦਾ ਹੈ, ਠੀਕ ਹੈ, ਜਿਵੇਂ ਕਿ ਆਪਾਂ ਗੱਲ ਕਰੋ ਇੰਗਲਿਸ਼ ਲੈਂਗੁਏਜ, ਜਦੋਂ ਬੱਚਾ ਸਿੱਖਦਾ ਕੋਈ ਵੀ ਲੈਂਗੁਏਜ ਦੇ ਉੱਤੇ ਢੁਕਦੀ ਹੈ ਚੀਜ਼ਾਂ, ਪਹਿਲਾਂ ਉਹ ਕੁਇੰਗ ਸਿੱਖਦਾ ਹੈ, ਠੀਕ ਹੈ। ਕੁਇੰਗ ਹੈ ਇਹ, ਕੂਲਿੰਗ ਨਹੀਂ, ਕੁਇੰਗ। ਤਾਂ ਕੁਇੰਗ ਸਿੱਖਦਾ ਪਹਿਲਾਂ। ਕੁਇੰਗ ਦੇ ਵਿੱਚ ਕੀ ਹੈਗਾ, ਪਹਿਲਾਂ ਥੋੜ੍ਹਾ ਜਿਹਾ, ਠੀਕ ਹੈ, ਅਤੇ ਫਿਰ ਬੈਬਲਿੰਗ ਦੇ ਵਿੱਚ ਥੋੜ੍ਹਾ ਜਿਹਾ ਬੁੜਬੁੜਾਉਣਾ ਸਿੱਖਦਾ ਹੈ। ਕੁਇੰਗ ਥੋੜ੍ਹਾ ਜਿਹਾ ਚੀਕਣਾ ਜਿਹਾ ਸਿੱਖਦਾ ਹੈ। ਬੈਬਲਿੰਗ ਥੋੜ੍ਹਾ ਜਿਹਾ ਕੂਕਣ, ਮਤਲਬ ਕੂਕਣਾ ਨਹੀਂ ਕਹਿ ਸਕਦੇ, ਕਿ ਬੁੜਬੁੜਾਉਣਾ ਸਿੱਖਦਾ ਹੈ। ਇਸ ਤੋਂ ਬਾਅਦ ਵਨ ਵਰਡ ਸਟੇਜ ਦੇ ਵਿੱਚ ਆ ਜਾਂਦਾ, ਫਿਰ ਟੈਲੀਗ੍ਰਾਫਿਕ ਸਪੀਚ ਆ ਜਾਂਦੀ ਹੈ। ਟੈਲੀਗ੍ਰਾਫਿਕ ਸਪੀਚ ਕਦੋਂ ਆਉਂਦੀ ਹੈ, ਲਗਭਗ 1.5 ਕੁ ਸਾਲ ਦੀ ਉਮਰ ਹੈ ਜਿਹੜੀ ਉਹ ਟੈਲੀਗ੍ਰਾਫਿਕ ਸਪੀਚ ਦੀ ਹੈ। ਇਸ ਤੋਂ ਬਿਨਾਂ 1 ਈਅਰ ਦੀ ਜਿਹੜੀ ਉਸ ਦੀ ਏਜ ਹੈ ਉਹ ਵਨ ਵਰਡ ਸਟੇਜ ਹੈ, ਠੀਕ ਹੈ ਜੀ। ਇੱਦਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ, ਠੀਕ ਹੈ ਜੀ। ਇਹਨਾਂ ਚੀਜ਼ਾਂ ਨੂੰ ਆਪਾਂ ਨੇ ਪੂਰਾ ਡਿਟੇਲ ਦੇ ਵਿੱਚ ਸਮਝ ਲਿਆ ਹੈ। ਨੈਕਸਟ ਟੌਪਿਕ ਜਿਹੜਾ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ। ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਜ਼ਰੂਰ ਦੱਸਿਓ। ਅਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ, ਤੁਸੀਂ ਪਲੇ ਸਟੋਰ ਦੇ ਉੱਤੇ ਜਾਓ, ਸਟੱਡੀ ਫਾਈਟਰਸ ਦੀ ਐਪ ਨੂੰ ਡਾਊਨਲੋਡ ਕਰੋ, ਜਾਂ ਫਿਰ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ। ਤਾਂ ਐਪ 'ਤੇ ਜਾ ਕੇ ਲਿਖ ਦਿਆ ਕਰੋ ਵੀ ਅਸੀਂ ਸੀਟੈਟ ਦੇ ਕੈਂਡੀਡੇਟ ਹਾਂ ਜੀ, ਤੁਹਾਨੂੰ ਸੀਟੈਟ ਦੇ ਗਰੁੱਪ 'ਚ ਆਪਾਂ ਜੁਆਇਨ ਕਰ ਲਵਾਂਗੇ। ਥੈਂਕ ਯੂ ਸੋ ਮੱਚ।